ਇਹ ਮੁੱਦੇ ਹੱਲ ਕਰਨ ਵਾਸਤੇ ਬੈਠੇ ਹੋਏ ਆ। ਜਿਹੜੀ ਪਾਰਲੀਮੈਂਟ ਦੇ ਵਿੱਚ ਬੈਠ ਕੇ ਇਹਨਾਂ ਨੇ ਸਾਡੇ ਤੇ ਕਾਨੂੰਨ ਲਾਗੂ ਕੀਤੇ ਸੀ। ਸਾਡਾ ਹੱਲ ਹੀ ਇਹ ਆ, ਇਲਾਜ ਹੀ ਇਹ ਆ, ਸਾਡਾ ਹਸਪਤਾਲ ਹੀ ਇਹ ਆ। ਐਮਪੀਐਸਸੀ ਨੂੰ ਵਿਪ ਜਾਰੀ ਕੀਤਾ ਹੈ ਇੱਕ ਕਿ ਤੁਸੀਂ ਜਿਹੜੀ ਆ ਲੜਾਈ ਸਾਡੀ ਤੁਸੀਂ ਲੜਨੀ ਸੀ। ਜਦੋਂ ਟਾਈਮ ਸੀ ਜਦੋਂ ਇਹ ਕਾਨੂੰਨ ਲਾਗੂ ਕੀਤੇ ਸੀਗੇ, ਪਰ ਉਦੋਂ ਇਹਨਾਂ ਨੇ ਲੜੀ ਨਹੀਂ। ਉਹ ਇਹ ਹੱਕ 'ਚ ਭੁਗਤੇ ਸੀਗੇ। ਸਾਡੇ ਮੰਤਰੀ ਸਾਹਿਬ ਤੋਮਰ ਜੀ ਕਹਿ ਰਹੇ ਆ ਕਿ ਕਾਨੂੰਨ ਕਾਲੇ ਕਿੱਥੋਂ ਆ, ਚਰਚਾ ਕਰਨ ਵਾਸਤੇ ਤਿਆਰ ਆ, ਟਾਈਮ ਦਿੰਦੇ ਨਹੀਂ, ਸਾਨੂੰ ਜਗ੍ਹਾ ਦੱਸਦੇ ਨਹੀਂ, ਸਾਨੂੰ ਤਰੀਕ ਦੱਸਦੇ ਨਹੀਂਗੇ, ਹਵਾ ਦੇ ਵਿੱਚ ਹੀ ਗੱਲ ਕਰੀ ਜਾਂਦੇ ਆ ਸਾਰਾ ਕੁਝ। ਅਸੀਂ ਤਾਂ ਆ ਗਏ ਇਹਨਾਂ ਦੇ ਦੁਆਰ ਦੇ ਵਿੱਚ, ਪਾਰਲੀਮੈਂਟ ਦੇ ਸਾਹਮਣੇ ਅਸੀਂ ਆਪਣੀ ਪਾਰਲੀਮੈਂਟ ਲਾ ਲਈ ਆ। ਅੱਜ ਜਿਹੜੀ ਸੰਸਦ ਹੈ ਤੁਹਾਡੇ ਵੱਲੋਂ ਕਿਸਾਨਾਂ ਵੱਲੋਂ ਲਾਈ ਗਈ ਹੈ, ਇਹ ਦੱਸਣ ਵਾਸਤੇ ਹੈ ਕਿ ਜਿਹੜੀ ਸਰਕਾਰ ਲਗਾਤਾਰ ਕਹਿੰਦੀ ਸੀ ਕਿ ਇਹਦੇ ਵਿੱਚ ਕਾਲਾ ਕੀ ਹੈ। ਅੱਜ ਉਹ ਦੱਸਿਆ ਜਾ ਰਿਹਾ ਕਿ ਇਹਦੇ ਵਿੱਚ ਤਾਂ ਸਾਰਾ ਕਾਨੂੰਨ ਜਿਹੜਾ ਤੁਸੀਂ ਲੈ ਕੇ ਸਾਰਾ ਹੀ ਕਾਲਾ ਹੈ। ਅਸੀਂ ਨਵੀਂ ਤਾਂ ਕੋਈ ਮੰਗ ਹੀ ਨਹੀਂ ਮੰਗ ਰਹੇ। ਅਸੀਂ ਕਹਿੰਦਾ ਸਾਡਾ ਪੁਰਾਣਾ ਸਿਸਟਮ ਜਿਹੜਾ ਉਹ ਲਾਗੂ ਕੀਤਾ ਜਾਵੇ। ਅਸੀਂ ਖੁਸ਼ ਹਾਂ ਉਹਦੇ ਵਿੱਚ। ਮੋਦੀ ਸਾਹਿਬ ਕਹਿ ਰਹੇ ਅਸੀਂ 2022 'ਚ ਆਮਦਨ ਦੁੱਗਣੀ ਕਰਾਂਗੇ। ਸਾਨੂੰ ਤਾਂ ਸਮਝ ਹੀ ਨਹੀਂ ਆਈ ਵੀ ਕਿਹੜੇ ਹਿਸਾਬ ਨਾਲ ਆਮਦਨ ਦੁੱਗਣੀ ਕਰਾਂਗੇ। ਸਵਾਮੀਨਾਥਨ ਰਿਪੋਰਟ ਤੁਸੀਂ ਲਾਗੂ ਕਰੋ। ਅਸੀਂ ਹੋਰ ਸਿਫਾਰਿਸ਼ ਤਾਂ ਮੰਨਦੇ ਹੀ ਨਹੀਂਗੇ, ਇਹਨੂੰ ਲਾਗੂ ਕਰ ਦਿਓ। ਇਹ ਕਿਸਾਨਾਂ ਦੇ ਹੱਕ ਦੇ ਵਿੱਚ ਆ। ਅਸੀਂ ਦਾਅਵਾ ਕਰਦੇ 2022 'ਚ ਸਾਡੀ ਆਮਦਨ ਦੁੱਗਣੀ ਹੋਊਗੀ। ਲੱਗਦਾ ਨਹੀਂ ਤੁਹਾਡੀ ਆਵਾਜ਼ ਨੂੰ ਦੱਬੀ ਜਾ ਰਹੀ ਹੈ। 7 ਮਹੀਨੇ ਤੋਂ ਕਿਸਾਨ ਅੰਨਦਾਤਾ ਦੇਸ਼ ਦਾ ਉਹ ਜਿਹੜੀਆਂ ਮੰਗਾਂ ਕਰ ਰਿਹਾ, ਜਿਹੜੀ ਆਵਾਜ਼ ਉਹ ਚੁੱਕ ਰਿਹਾ, ਉਹਨੂੰ ਸਰਕਾਰ ਨਹੀਂ ਸੁਣ ਰਹੀ। ਤੇ ਫਿਰ ਲੋਕਤੰਤਰ ਦਾ ਜਿਹੜਾ ਹੈਗਾ ਉਹ ਘਾਣ ਹੋ ਰਿਹਾ। ਇੱਥੇ ਆਪਣੇ ਪੈਰਾਂ ਤੇ ਆਪ ਘੋੜਾ ਮਾਰਿਆ ਇਹਨਾਂ ਨੂੰ ਵੋਟਾਂ ਪਾ ਕੇ, ਇਹਨਾਂ ਨੂੰ ਚੁਣ ਕੇ। ਐਡਾ ਹੰਕਾਰੀ ਰਾਜਾ ਜਿਹਨੂੰ ਦੇਸ਼ ਦੀ ਆਵਾਜ਼ ਹੀ ਨਹੀਂ ਸੁਣ ਰਹੀ। ਆਵਾਮ ਕੀ ਕਹਿ ਰਿਹਾ, ਕਿਸਾਨ ਕੀ ਕਹਿ ਰਿਹਾ? ਕਿਸਾਨ ਕਹਿ ਰਿਹਾ ਮੈਂ ਇੰਨੇ ਕੁ ਦੇ ਵਿੱਚ ਹੀ ਖੁਸ਼ ਹਾਂ। ਉਹ ਕਹਿੰਦਾ ਤੁਹਾਨੂੰ ਇੰਨਾ ਦੇਣਾ ਹੈ, ਬਹੁਤ ਜ਼ਿਆਦਾ ਦੇਣਾ। ਸਾਨੂੰ ਪਤਾ ਲੋਲੀਪੌਪ ਦੇ ਰਿਹਾ ਹੈ। ਜਿਹੜੇ ਵਾਅਦੇ ਕੀਤੇ ਸੀ ਸਾਡੇ ਨਾਲ ਪੂਰੇ ਤਾਂ ਹੋਏ ਨਹੀਂ। ਕਿਸਾਨ ਅੰਦੋਲਨ ਜਦੋਂ ਸ਼ੁਰੂ ਹੋਇਆ ਇਸ ਕਰਕੇ ਕਾਂਗਰਸ ਨੇ ਸਮਰਥਨ ਦਿੱਤਾ, ਅਕਾਲੀ ਦਲ ਨੇ ਸਮਰਥਨ ਦਿੱਤਾ। ਉਸ ਤੋਂ ਬਾਅਦ ਪੰਜਾਬ ਦੇ ਵਿੱਚ ਕਾਂਗਰਸ ਦਾ ਵਿਰੋਧ ਕਿਸਾਨ ਕਰ ਰਹੇ ਨੇ, ਅਕਾਲੀ ਦਲ ਦਾ ਵਿਰੋਧ ਕਰ ਰਹੇ ਨੇ। ਆਖਰ ਮੋਦੀ ਸਰਕਾਰ ਦੇ ਨਾਲ ਦਾ, ਬੀਜੇਪੀ ਦੇ ਵਿਰੋਧ ਦੇ ਨਾਲ ਦਾ, ਕਾਂਗਰਸ ਤੇ ਅਕਾਲੀ ਦਲ ਦਾ ਵਿਰੋਧ ਕਿਉਂ? ਉਹ ਵੀ ਆਪਣੀ ਸ਼ਰਤ ਹਟਾ ਦੇਣ, ਅਸੀਂ ਵੀ ਆਪਣੀ ਸ਼ਰਤ ਹਟਾ ਦਿੰਦੇ। ਬੈਠ ਕੇ ਚਰਚਾ ਕਰ ਲੈਣ ਸਾਡੇ ਨਾਲ। ਮੈਂ ਤਾਂ ਕਹਿੰਦਾ ਓਪਨਲੀ ਚਰਚਾ ਕਰ ਲੈਣ। ਪੂਰਾ ਦੇਸ਼ ਦੇਖੇ ਚਰਚਾ ਹੁੰਦੀ ਆ ਵੀ ਕੌਣ ਗਲਤ ਆ ਕੌਣ ਸਹੀ ਆ। ਨਤੀਜਾ ਜਿਹੜਾ ਆ ਇਹਦਾ ਜਿਹੜਾ ਫੈਸਲਾ ਆ ਉਹ ਲੋਕ ਕਰਨ। ਸਤਿ ਸ੍ਰੀ ਅਕਾਲ। ਸਕਾਈ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਜੀ ਆਇਆਂ ਨੂੰ। ਤੇ ਮੈਂ ਆ ਤੁਹਾਡੇ ਨਾਲ ਪ੍ਰਕਾਸ਼ ਫੁਲਾਰਾ। ਅੱਜ ਕਿਸਾਨ ਸੰਸਦ ਜੰਤਰ ਮੰਤਰ ਦੇ ਵਿੱਚ ਜਿਹੜੀ ਪੇੜਾਂ ਦੇ ਥੱਲੇ, ਛਾਂ ਦੇ ਥੱਲੇ ਜਿਹੜੀ ਲੱਗ ਰਹੀ ਹੈ, ਤੇ 200 ਕਿਸਾਨ ਮੈਂਬਰ ਜਿਹੜੇ ਇੱਥੇ ਆਏ ਹੋਏ ਨੇ ਤੇ 6 ਸਪੀਕਰ, ਡਿਪਟੀ ਸਪੀਕਰ ਬਣਾਏ ਗਏ ਨੇ। ਤੇ ਅੱਜ ਕਿਸਾਨੀ ਮੁੱਦੇ ਦੇ ਉੱਤੇ ਚਰਚਾ ਹੋ ਰਹੀ ਹੈ। ਸੰਸਦ ਦੇ ਬਿਲਕੁਲ ਸਾਹਮਣੇ ਕਿਸਾਨਾਂ ਦੇ ਵੱਲੋਂ ਸੰਸਦ ਲਾਈ ਗਈ ਹੈ। ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰ ਹੈ। ਕਿਸਾਨਾਂ ਦਾ ਜਿਹੜਾ ਇਹ ਅੰਦੋਲਨ ਲਗਾਤਾਰ ਇੱਕ ਤੋਂ ਇੱਕ ਨਵੇਂ ਰਿਕਾਰਡ ਬਣਾ ਰਿਹਾ ਹੈ। ਪੂਰੇ ਦੁਨੀਆ ਦੇ ਵਿੱਚ ਸਭ ਤੋਂ ਸ਼ਾਂਤਮਈ ਅੰਦੋਲਨ, ਸਭ ਤੋਂ ਲੰਬੇ ਸਮੇਂ ਤੱਕ ਚੱਲਣ ਵਾਲਾ ਇੱਕ ਰਿਕਾਰਡ। ਉਸ ਤੋਂ ਬਾਅਦ ਹੁਣ ਇੱਕ ਨਵੀਂ ਸੰਸਦ ਜਿਹੜੀ ਲਾਈ ਹੈ। ਲਗਾਤਾਰ ਰਿਕਾਰਡ ਤੇ ਰਿਕਾਰਡ ਬਣਾ ਰਹੇ ਨੇ ਕਿਸਾਨ। ਲੇਕਿਨ ਇਹਨਾਂ ਰਿਕਾਰਡਾਂ ਦੇ ਵਿਚਕਾਰ ਮੁੱਦੇ ਕਦੋਂ ਹੱਲ ਹੋਣਗੇ? ਇਹ ਮੁੱਦੇ ਹੱਲ ਕਰਨ ਵਾਸਤੇ ਬੈਠੇ ਹੋਏ ਆ। ਜਿਹੜੀ ਪਾਰਲੀਮੈਂਟ ਦੇ ਵਿੱਚ ਬੈਠ ਕੇ ਇਹਨਾਂ ਨੇ ਸਾਡੇ ਤੇ ਕਾਨੂੰਨ ਲਾਗੂ ਕੀਤੇ ਸੀ। ਸਾਡਾ ਹੱਲ ਹੀ ਇਹ ਆ, ਇਲਾਜ ਹੀ ਇਹ ਆ, ਸਾਡਾ ਹਸਪਤਾਲ ਹੀ ਇਹ ਆ। ਜਿਹੜੇ ਹਸਪਤਾਲ ਦੇ ਵਿੱਚ ਅਸੀਂ ਇਲਾਜ ਕਰਾਉਣ ਵਾਸਤੇ ਆਏ ਆ, ਔਰ ਇਲਾਜ ਵੀ ਸਾਡਾ ਇੱਥੇ ਹੀ ਆ। ਇੱਥੇ ਕਿਉਂਕਿ ਇਹ ਕਾਨੂੰਨ ਲਾਗੂ ਕੀਤੇ ਸੀ। ਅਸੀਂ ਜਿਹੜਾ ਅੱਜ ਵਿਪ ਜਾਰੀ ਕੀਤਾ, ਐਮਪੀਐਸਸੀ ਨੂੰ ਵਿਪ ਜਾਰੀ ਕੀਤਾ ਹੈ ਇੱਕ ਕਿ ਤੁਸੀਂ ਜਿਹੜੀ ਆ ਲੜਾਈ ਸਾਡੀ ਤੁਸੀਂ ਲੜਨੀ ਸੀ। ਜਦੋਂ ਟਾਈਮ ਸੀ ਜਦੋਂ ਇਹ ਕਾਨੂੰਨ ਲਾਗੂ ਕੀਤੇ ਸੀਗੇ, ਪਰ ਉਦੋਂ ਇਹਨਾਂ ਨੇ ਲੜੀ ਨਹੀਂ। ਉਹ ਇਹ ਹੱਕ 'ਚ ਭੁਗਤੇ ਸੀਗੇ। ਪਰ ਹੁਣ ਇਹ ਕਿਸਾਨੀ ਅੰਦੋਲਨ ਦਾ ਰੋਹ ਲਾ ਲਓ, ਇਹ ਖਿਲਾਫੀਅਤ ਲਾ ਲਓ ਜਾਂ ਅਸਰ ਲਾ ਲਓ, ਇਹ ਅਸਰ ਹੀ ਉਹਨਾਂ ਨੂੰ ਦਬਾ ਕੇ ਅੱਜ ਅੰਦਰ ਦੇਖੋ ਉਹਨਾਂ ਦੀ ਪਾਰਲੀਮੈਂਟ ਚੱਲ ਰਹੀ ਹੈ ਸਰਕਾਰ ਦੀ, ਤੇ ਕਿੰਨਾ ਵਿਰੋਧ ਹੋ ਰਿਹਾ। ਮੋਦੀ ਸਾਹਿਬ ਨੂੰ ਬੋਲਣ ਤੱਕ ਨਹੀਂ ਦੇ ਰਿਹਾ। ਤਾਂ ਜੇਕਰ ਇਹ ਕੰਮ ਪਹਿਲਾਂ ਹੋ ਜਾਂਦਾ ਤੇ ਕਾਨੂੰਨ ਲਾਗੂ ਨਹੀਂ ਸੀ ਹੋਣੇ। ਅੱਜ ਜੇ ਇੱਥੇ ਇਹ ਸੰਸਦ ਲੱਗੀ ਆ ਨਾ, ਇਹ ਪੈਰਲਲ ਸੰਸਦ ਲੱਗੀ ਆ। ਇਹ ਅੱਜ ਇੱਥੇ ਜਿਹੜੇ ਸਾਡੇ ਮੰਤਰੀ ਸਾਹਿਬ ਤੋਮਰ ਜੀ ਕਹਿ ਰਹੇ ਆ ਕਿ ਕਾਨੂੰਨ ਕਾਲੇ ਕਿੱਥੋਂ ਆ, ਚਰਚਾ ਕਰਨ ਵਾਸਤੇ ਤਿਆਰ ਆ, ਟਾਈਮ ਦਿੰਦੇ ਨਹੀਂ, ਸਾਨੂੰ ਜਗ੍ਹਾ ਦੱਸਦੇ ਨਹੀਂ, ਸਾਨੂੰ ਤਰੀਕ ਦੱਸਦੇ ਨਹੀਂਗੇ, ਹਵਾ ਦੇ ਵਿੱਚ ਹੀ ਗੱਲ ਕਰੀ ਜਾਂਦੇ ਆ ਸਾਰਾ ਕੁਝ। ਅਸੀਂ ਤਾਂ ਆ ਗਏ ਇਹਨਾਂ ਦੇ ਦੁਆਰ ਦੇ ਵਿੱਚ, ਪਾਰਲੀਮੈਂਟ ਦੇ ਸਾਹਮਣੇ ਅਸੀਂ ਆਪਣੀ ਪਾਰਲੀਮੈਂਟ ਲਾ ਲਈ ਆ। ਜਿਹੜੇ ਕਾਨੂੰਨ ਇਹਨਾਂ ਨੇ ਲਾਗੂ ਕੀਤੇ ਸੀ ਸਾਡੇ ਨਾਲ, ਇੱਥੇ ਚਰਚਾ ਹੋ ਰਹੀ ਆ। ਅੱਜ APMC ਐਕਟ ਤੇ ਚਰਚਾ ਹੋ ਰਹੀ ਹੈ ਨਾ, 2 ਦਿਨ ਚਰਚਾ ਚੱਲੇਗੀ ਇੱਥੇ। ਅਸੀਂ ਤਾਂ ਉਹਨਾਂ ਨੂੰ ਵੀ ਕਹਿੰਦੇ ਤੁਸੀਂ ਛੱਡੋ ਆਹ ਪਾਰਲੀਮੈਂਟ, ਇੱਥੇ ਆ ਕੇ ਸਾਡੇ ਨਾਲ ਬਹਿਸ ਕਰੋ, ਇੱਥੇ ਚਰਚਾਵਾਂ ਕਰੋ। ਜਦੋਂ ਉੱਥੇ 11 ਦੌਰ ਦੀ ਮੀਟਿੰਗ ਸਾਡੇ ਨਾਲ ਚੱਲੀ ਹੈ, ਔਰ 11 ਦੌਰ ਦੀ ਮੀਟਿੰਗ ਦੇ ਵਿੱਚ ਵੀ ਅਸੀਂ ਕਿਹਾ ਕਿ ਮੀਡੀਆ ਦੇ ਵਿੱਚ ਇਹਨੂੰ ਦਿਖਾਇਆ ਜਾਵੇ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕੌਣ ਹਾਰਿਆ ਕੌਣ ਜਿੱਤਿਆ। ਪਰ ਉਹਨਾਂ ਨੇ ਉਸ ਗੱਲ ਦਾ ਲਕੋ ਰੱਖਿਆ। ਔਰ ਉਹ ਲਕੋ ਜਿਹੜਾ ਅੱਜ ਇਹ ਪਹਿਲਾਂ ਕਹਿ ਰਿਹਾ ਸੀ ਕਿ ਕਾਨੂੰਨ ਸਹੀ ਆ, ਕਿ ਕਾਨੂੰਨ ਬਿਲਕੁਲ ਦਰੁਸਤ ਹੈ। ਅੱਜ ਬਿਲਕੁਲ ਦਰੁਸਤ ਸੀਗੇ ਜੇ ਸਾਡੇ ਤੋਂ ਚਰਚਾ ਹੀ ਨਹੀਂ ਹੋਈ। ਜੇ ਅਸੀਂ ਚਰਚਾ 'ਚ ਫੇਲ ਹੀ ਹੋ ਗਏ, ਮੰਤਰੀ ਸਾਹਿਬ ਨੂੰ ਪੁੱਛਣਾ ਚਾਹੁੰਦੇ ਆ, ਤੇ ਫਿਰ ਤੁਸੀਂ ਅਮੈਂਡਮੈਂਟ ਵਾਸਤੇ ਕਿਉਂ ਮੰਨੇ ਆ? ਜਗਵੀਰ ਜੀ, ਜਿਸ ਤਰੀਕੇ ਨਾਲ ਦੇਖਿਆ ਜਾਵੇ ਅੱਜ ਜਿਹੜੀ ਸੰਸਦ ਹੈ ਤੁਹਾਡੇ ਵੱਲੋਂ ਕਿਸਾਨਾਂ ਵੱਲੋਂ ਲਾਈ ਗਈ ਹੈ, ਇਹ ਦੱਸਣ ਵਾਸਤੇ ਹੈ ਕਿ ਜਿਹੜੀ ਸਰਕਾਰ ਲਗਾਤਾਰ ਕਹਿੰਦੀ ਸੀ ਕਿ ਇਹਦੇ ਵਿੱਚ ਕਾਲਾ ਕੀ ਹੈ। ਅੱਜ ਉਹ ਦੱਸਿਆ ਜਾ ਰਿਹਾ ਕਿ ਇਹਦੇ ਵਿੱਚ ਤਾਂ ਸਾਰਾ ਕਾਨੂੰਨ ਜਿਹੜਾ ਤੁਸੀਂ ਲੈ ਕੇ ਸਾਰਾ ਹੀ ਕਾਲਾ ਹੈ।
ਬਿਲਕੁਲ ਉਹਨਾਂ ਤੇ ਚਰਚਾਵਾਂ, ਇਹਨਾਂ ਦੀ ਪਾਰਲੀਮੈਂਟ ਦੇ ਸਾਹਮਣੇ ਬੈਠ ਕੇ ਚਰਚਾਵਾਂ, ਅਸੀਂ ਚੈਲੰਜ ਕਰਦੇ ਹਾਂ ਵੀ ਭਾਈ ਆ ਕੇ ਬਹਿ ਜਾਓ, ਅਸੀਂ ਚਰਚਾਵਾਂ ਕਰ ਰਹੇ ਹਾਂ, ਜੇ ਤੁਸੀਂ ਵੀ ਕਰਨੀਆਂ ਤੇ ਆ ਕੇ ਬਹਿ ਜਾਓ, ਇੱਥੋਂ ਅਸੀਂ ਬਿੱਲ ਰੱਦ ਕਰਕੇ ਜਾਣਾ ਆ। ਪੈਰਲਰ ਚੱਲਣੀ ਆ, 13 ਅਗਸਤ ਤੱਕ ਉਹਨਾਂ ਦੀ ਇਹ ਸੰਸਦ ਚੱਲਣੀ ਆ, 13 ਅਗਸਤ ਤੱਕ ਹੀ ਸਾਡੀ ਚੱਲਣੀ ਆ। ਬਕਾਇਦਾ ਇੱਥੇ ਸਪੀਕਰ ਚੁਣਿਆ ਗਿਆ, ਡਿਪਟੀ ਸਪੀਕਰ ਚੁਣਿਆ ਗਿਆ, ਕੁਰਸੀਆਂ ਲਾਈਆਂ ਜਿਸ ਤਰ੍ਹਾਂ ਪਾਰਲੀਮੈਂਟ ਦੇ ਵਿੱਚ ਹੁੰਦਾ ਹੈ। ਲੰਚ ਟਾਈਮ, ਟੀ ਟਾਈਮ ਅਸੀਂ ਬ੍ਰੇਕ ਲਾਈ ਆ, ਔਰ ਬਕਾਇਦਾ ਚਰਚਾਵਾਂ ਉਨੇ ਦਿਨ ਬਕਾਇਦਾ ਚੱਲਣਗੀਆਂ ਚਰਚਾਵਾਂ, ਔਰ ਸਾਡੇ ਜਥੇ ਆਊਗੇ ਤੇ ਜਾਊਗੇ। ਜਿਸ ਤਰ੍ਹਾਂ ਉਹਨਾਂ ਦੇ ਐਮਪੀ ਬਹਿੰਦੇ ਆ, ਸਵਾਲ ਜਵਾਬ ਕਰਦੇ ਆ, ਚਰਚਾ ਕਰਦੇ, ਇੱਥੇ ਵੀ ਉਸੇ ਤਰ੍ਹਾਂ ਜਿਹੜੀਆਂ ਚਰਚਾਵਾਂ ਹੋਈਆਂ। ਹਿੰਦੁਸਤਾਨ ਸਭ ਤੋਂ ਵੱਡਾ ਲੋਕਤਾਂਤਰਿਕ ਡੈਮੋਕ੍ਰੇਸੀ ਵਾਲਾ ਮੁਲਕ ਹੈ, ਲੱਗਦਾ ਨਹੀਂ ਤੁਹਾਡੀ ਆਵਾਜ਼ ਨੂੰ ਦੱਬੀ ਜਾ ਰਹੀ ਹੈ। 7 ਮਹੀਨੇ ਤੋਂ ਕਿਸਾਨ ਅੰਨਦਾਤਾ ਦੇਸ਼ ਦਾ, ਉਹ ਜਿਹੜੀਆਂ ਮੰਗਾਂ ਕਰ ਰਿਹਾ, ਜਿਹੜੀ ਆਵਾਜ਼ ਉਹ ਚੁੱਕ ਰਿਹਾ, ਉਹਨੂੰ ਸਰਕਾਰ ਨਹੀਂ ਸੁਣ ਰਹੀ, ਤੇ ਫਿਰ ਲੋਕਤੰਤਰ ਦਾ ਜਿਹੜਾ ਹੈਗਾ ਉਹ ਘਾਣ ਹੋ ਰਿਹਾ। ਇੱਥੇ ਲੋਕਤੰਤਰ ਦਾ ਕਹਾਣੀ ਆ। ਅਸੀਂ ਨਵਾਂ ਕੀ ਮੰਗ ਰਹੇ ਆ? ਸਾਡਾ ਮੰਡੀਆਂ ਦਾ ਸਿਸਟਮ ਜਿਹੜਾ APMC ਐਕਟ ਸੀਗਾ, ਐਸੈਂਸ਼ੀਅਲੀ ਕਮੋਡਿਟੀ ਐਕਟ ਸੀਗਾ, ਜ਼ਰੂਰੀ ਵਸਤਾਂ ਸੋਧ ਬਿੱਲ, ਉਹਦੇ ਵਿੱਚ ਆਮ ਲੋਕਾਂ ਦੀ ਗੱਲ ਸੀਗੀ ਕਿ ਇੱਕ ਲਿਮਟ ਦੇ ਵਿੱਚ ਇਹਨੂੰ ਰੱਖਿਆ ਜਾਵੇ ਕਿ ਤਾਂ ਕਿ ਜਿਹੜੇ ਕਾਰਪੋਰੇਟ ਘਰਾਣੇ ਸਟੋਰ ਨਾ ਕਰ ਸਕਣ। ਕੰਟੈਕਟ ਫਾਰਮਿੰਗ ਦੀ ਗੱਲ ਕਰਦੇ ਆ। ਸਾਰੇ ਕਾਨੂੰਨ ਆ ਇਹ ਜਿਹੜੇ ਇਹਨਾਂ ਨੇ ਅੱਜ ਸਾਡੇ ਤੇ ਲਾਗੂ ਕੀਤੇ ਆ, ਸਦੀਆਂ ਤੋਂ ਚੱਲਦਾ ਆ ਰਿਹਾ ਸਾਡਾ ਸਿਸਟਮ ਮੰਡੀਆਂ ਦਾ, ਇਹਨੂੰ ਖਤਮ ਕਰਨ ਦੀ ਗੱਲ ਕਰ ਰਹੇ ਆ। ਅਸੀਂ ਨਵੀਂ ਤਾਂ ਕੋਈ ਮੰਗ ਹੀ ਨਹੀਂ ਮੰਗ ਰਹੇ, ਅਸੀਂ ਕਹਿੰਦਾ ਸਾਡਾ ਪੁਰਾਣਾ ਸਿਸਟਮ ਜਿਹੜਾ ਉਹ ਲਾਗੂ ਕੀਤਾ ਜਾਵੇ। ਅਸੀਂ ਖੁਸ਼ ਹਾਂ ਉਹਦੇ ਵਿੱਚ। ਮੋਦੀ ਸਾਹਿਬ ਕਹਿ ਰਹੇ ਅਸੀਂ 2022 'ਚ ਆਮਦਨ ਦੁੱਗਣੀ ਕਰਾਂਗੇ, ਸਾਨੂੰ ਤਾਂ ਸਮਝ ਹੀ ਨਹੀਂ ਆਈ ਵੀ ਕਿਹੜੇ ਹਿਸਾਬ ਨਾਲ ਆਮਦਨ ਦੁੱਗਣੀ ਕਰਾਂਗੇ। 2005 ਦੇ ਵਿੱਚ ਇਹਨਾਂ ਨੇ ਇਹ ਬਿਹਾਰ ਦੇ ਵਿੱਚ ਇਹ ਐਕਟ ਲਾਗੂ ਕੀਤਾ ਸੀਗਾ, ਔਰ ਉੱਥੇ ਅੱਜ ਦੇਖੋ ਝੋਨੇ ਦਾ ਭਾਅ 1200 ਰੁਪਏ 1300 ਰੁਪਏ ਪ੍ਰਾਈਵੇਟ ਖਰੀਦ ਜਾਰੀ ਆ। ਮੰਡੀਆਂ ਟੁੱਟ ਚੁੱਕੀਆਂ ਆ, ਤੇ ਹੋਰ ਵੀ ਕਈ ਸਟੇਟਾਂ ਦੇ ਵਿੱਚ ਇਹੋ ਜਿਹਾ ਕੰਮ ਹੁੰਦਾ ਆ। ਤੇ ਉਹੋ ਹੀ ਹਾਲ ਜਿਹੜਾ ਸਾਡਾ ਪੰਜਾਬ ਦਾ ਤੇ ਹਰਿਆਣੇ ਦਾ ਹੋਇਆ, ਇਸੇ ਤਰ੍ਹਾਂ ਹੋਣਾ ਆ। ਇਹ ਆਮਦਨ ਵਧਣੀ ਨਹੀਂ, ਜੇ ਆਮਦਨ ਵਧੂਗੀ ਤੇ ਇਹ ਜਿਹੜੀ ਸਵਾਮੀਨਾਥਨ ਰਿਪੋਰਟ ਜਿਹੜੀ ਮੋਦੀ ਸਾਹਿਬ ਜਦੋਂ ਆਏ ਸੀ ਨਾ, ਉਹਨਾਂ ਨੇ ਵਾਅਦਾ ਕੀਤਾ ਸੀਗਾ ਕਿ ਅਸੀਂ ਇਹਨੂੰ ਲਾਗੂ ਕਰਾਂਗੇ, ਅੱਜ ਤੱਕ ਲਾਗੂ ਨਹੀਂ ਕੀਤੀ। ਉਹ ਕਹਿੰਦੇ ਕਿ ਅਸੀਂ ਸਭ ਤੋਂ ਜ਼ਿਆਦਾ ਸਿਫਾਰਸ਼ਾਂ ਲਾਗੂ ਅਸੀਂ ਕੀਤੀ, ਔਰ ਕਿਸੇ ਸਰਕਾਰ ਨੇ ਕੀਤੀ ਹੈ ਨਹੀਂ। ਅਸੀਂ ਕਹਿੰਦੇ ਸਿਫਾਰਿਸ਼ ਲਾਗੂ ਕਰੇ ਤੁਸੀਂ, ਇਹ ਜਿਹੜੀ ਆ ਸਵਾਮੀਨਾਥਨ ਰਿਪੋਰਟ ਤੁਸੀਂ ਲਾਗੂ ਕਰੋ। ਅਸੀਂ ਹੋਰ ਸਿਫਾਰਿਸ਼ ਤਾਂ ਮੰਨਦੇ ਹੀ ਨਹੀਂਗੇ, ਇਹਨੂੰ ਲਾਗੂ ਕਰ ਦਿਓ। ਇਹ ਕਿਸਾਨਾਂ ਦੇ ਹੱਕ ਦੇ ਵਿੱਚ ਆ। ਅਸੀਂ ਦਾਅਵਾ ਕਰਦੇ ਹਾਂ 2022 'ਚ ਸਾਡੀ ਆਮਦਨ ਦੁੱਗਣੀ ਹੋਊਗੀ। ਸਾਡਾ ਤਾਂ ਖਰਚਾ ਹੀ ਨਹੀਂ ਪੂਰਾ ਹੋ ਰਿਹਾ। ਅੱਜ ਡੀਜ਼ਲ ਦੇ ਰੇਟ ਦੇਖ ਲਓ, ਪੈਟਰੋਲ ਦੇ ਰੇਟ ਦੇਖ ਲਓ, ਲੇਬਰ ਦੇ ਰੇਟ ਦੇਖ ਲਓ, ਖਾਦਾਂ ਦੇ ਰੇਟ ਦੇਖ ਲਓ, ਹਰੇਕ ਚੀਜ਼ ਦਾ ਰੇਟ ਵਧੀ ਯਾਰ। ਇਹ ਕਿੰਨਾ ਵਧਾਉਂਦੇ ਆ? 10 ਰੁਪਏ, 20 ਰੁਪਏ, 25 ਰੁਪਏ, 50 ਰੁਪਏ। ਉਹਨਾਂ ਤਾਂ ਸਾਡੀ ਲੇਬਰ ਹੀ ਮਸੀ ਪੂਰੀ ਹੁੰਦੀ ਆ। ਇਹ ਜਿਹੜਾ ਕਿਸਾਨੀ ਦਾ ਧੰਦਾ ਹੈ ਬਿਲਕੁਲ ਖਤਮ ਹੋਣ ਦੇ ਕਿਨਾਰੇ ਜਾ ਰਿਹਾ। ਜਿਹੜਾ ਕਿਸਾਨ, ਜਿਹੜੇ ਪਿੰਡ ਦੇ ਕਿਸਾਨ ਦੇ, ਜਦੋਂ ਆਮ ਕਿਸਾਨ ਦੇ ਨਾਲ ਅਸੀਂ ਗੱਲ ਕਰਦੇ ਹਾਂ, ਚਲੋ ਅਸੀਂ ਕਹਿੰਦੇ ਕਿਸਾਨ ਆਗੂਆਂ ਦੇ ਨਾਲ ਨਹੀਂ, ਪਿੰਡਾਂ ਦੇ ਵਿੱਚ ਵੀ ਅਸੀਂ ਗਏ ਹਾਂ, ਉਹਨਾਂ ਕਿਸਾਨਾਂ ਨਾਲ ਜਦੋਂ ਅਸੀਂ ਗੱਲ ਕਰਦੇ ਸਿਰਫ ਇੱਕੋ ਹੀ ਚੀਜ਼ ਕਹਿੰਦੇ, ਉਹ ਕਹਿੰਦੇ ਨੇ ਕਿ ਜਿਹੜੀ ਮੋਦੀ ਸਰਕਾਰ ਹੈ ਇਹ ਕਿਸਾਨਾਂ ਨੂੰ ਖਤਮ ਕਰਨ ਤੇ ਤੁਲੀ ਹੋਈ ਹੈ। ਇੱਕ ਕਿਸਾਨ ਹੀ ਨਹੀਂ ਕਹਿ ਰਿਹਾ, ਹਰੇਕ ਵਰਗ ਕਹਿ ਰਿਹਾ ਇਹ, ਚਾਹੇ ਉਹ ਮੁਲਾਜ਼ਮ ਆ, ਮਜ਼ਦੂਰ ਆ, ਚਾਹੇ ਕੋਈ ਵੀ ਟੀਚਰਸ ਦੇਖ ਲਓ, ਟੈਂਕੀਆਂ ਤੇ ਚੜੇ ਫਿਰਦੇ ਆ, ਬੇਰੁਜ਼ਗਾਰ ਦੇਖ ਲਓ, ਉਹ ਵੀ ਧਰਨੇ ਮੁਜ਼ਾਹਰੇ ਕਰ ਰਹੇ ਆ। ਸਾਰਾ ਵਰਗ ਦੁਖੀ ਹੈ ਇਸ ਮੋਦੀ ਦੀ ਸਰਕਾਰ ਤੋਂ। ਮੈਂ ਤਾਂ ਕਹਿੰਦਾ ਅਸੀਂ ਆਪਣੇ ਪੈਰਾਂ ਤੇ ਆਪ ਖੁਹਾੜਾ ਮਾਰਿਆ ਇਹਨਾਂ ਨੂੰ ਵੋਟਾਂ ਪਾ ਕੇ, ਇਹਨਾਂ ਨੂੰ ਚੁਣ ਕੇ। ਐਡਾ ਹੰਕਾਰੀ ਰਾਜਾ ਜਿਹਨੂੰ ਦੇਸ਼ ਦੀ ਆਵਾਜ਼ ਹੀ ਨਹੀਂ ਸੁਣ ਰਹੀ। ਆਵਾਮ ਕੀ ਕਹਿ ਰਿਹਾ? ਕਿਸਾਨ ਕੀ ਕਹਿ ਰਿਹਾ? ਕਿਸਾਨ ਕਹਿ ਰਿਹਾ ਮੈਂ ਇੰਨੇ ਕੁ ਦੇ ਵਿੱਚ ਹੀ ਖੁਸ਼ ਹਾਂ। ਉਹ ਕਹਿੰਦਾ ਤੁਹਾਨੂੰ ਇੰਨਾ ਦੇਣਾ ਹੈ, ਬਹੁਤ ਜ਼ਿਆਦਾ ਦੇਣਾ, ਸਾਨੂੰ ਪਤਾ ਲੋਲੀਪੌਪ ਦੇ ਰਿਹਾ ਹੈ। ਜਿਹੜੇ ਵਾਅਦੇ ਕੀਤੇ ਸੀ ਸਾਡੇ ਨਾਲ ਪੂਰੇ ਤਾਂ ਹੋਏ ਨਹੀਂ। ਇਹ ਕਿਤੇ ਨਾ ਕਿਤੇ ਕਾਰਪੋਰੇਟ ਘਰਾਣਿਆਂ ਦੀ ਇਹ ਭਾਸ਼ਾ ਬੋਲ ਰਿਹਾ ਆ। ਉਹਨਾਂ ਦੇ ਹੱਥਾਂ ਦੇ ਵਿੱਚ ਚੜਿਆ ਹੈ, ਉਹਨਾਂ ਦੇ ਹੱਥਾਂ ਦੇ ਵਿੱਚ ਵਿਕੇ ਹੋਏ ਲੋਕ ਆ। ਇਹ ਕਿਸਾਨੀ ਨੂੰ ਖਤਮ ਕਰਨਾ ਚਾਹੁੰਦੇ ਆ। ਇੱਕ ਕਿਸਾਨੀ ਪੰਜਾਬ ਤੇ ਹਰਿਆਣੇ ਦੇ ਵਿੱਚ ਆ, ਜਿੰਨਾ ਅੱਜ ਕਿਸਾਨ ਖੁਸ਼ਹਾਲ ਆ। ਜੇ ਇਹ ਵੀ ਖਤਮ ਹੋ ਗਈ ਤਾਂ ਜਿਹੜਾ ਸਾਡਾ ਪੰਜਾਬ ਤੇ ਹਰਿਆਣਾ ਇਹ ਵੀ ਬਿਹਾਰ ਵਾਂਗੂ ਜਿਹੜਾ ਆ ਕੰਗਾਲ ਹੋ ਜਾਣਾ। ਇੱਕ ਸੰਸਦ ਦੇ ਵਿੱਚ ਲਗਾਤਾਰ ਸਰਕਾਰ ਇਹ ਕਹਿੰਦੀ ਹੈ ਕਿ ਸਾਡੇ ਕੋਲ ਜਿਹੜੇ ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋਏ ਨੇ ਉਹਨਾਂ ਕਿਸਾਨਾਂ ਦਾ ਡੇਟਾ ਨਹੀਂ ਹੈ, ਲੇਕਿਨ ਜਦੋਂ ਅਸੀਂ ਦੇਖਦੇ ਹਾਂ ਕਿ ਰਾਹ ਜਾਂਦੇ ਵੀ ਕੋਈ ਹਾਦਸਾ ਹੋ ਜਾਂਦਾ ਹੈ, ਉਹ ਵੀ ਜਿਹੜਾ ਡੇਟਾ ਹੁੰਦਾ ਉਹ ਸਰਕਾਰ ਤੱਕ ਜ਼ਰੂਰ ਪਹੁੰਚਦਾ ਕਿ ਇੰਨੇ ਐਕਸੀਡੈਂਟ ਹੋਏ ਨੇ, ਉਹਨਾਂ ਕੋਲ ਪੂਰਾ ਡੇਟਾ ਹੁੰਦੇ ਨੇ। ਕਿਸਾਨ ਅੰਦੋਲਨ ਦੇ ਵਿੱਚ ਲਗਾਤਾਰ ਸਾਡਾ ਅੰਨਦਾਤਾ ਸ਼ਹੀਦ ਹੋ ਰਿਹਾ, ਲੱਗਦਾ ਨਹੀਂ ਹੈ ਕਿ ਡੇਟਾ ਸਰਕਾਰ ਕੋਲ ਹੈ ਨਹੀਂ। ਜਿਹੜਾ ਇਹ ਗੱਲ ਕਹੀ ਜਾ ਰਹੀ ਹੈ ਕਿਤੇ ਨਾ ਕਿਤੇ ਕਥਿਤ ਤੌਰ ਤੇ ਲੱਗਦਾ ਹੈ ਕਿ ਗਲਤ ਗੱਲ ਹੈ। ਸਰਕਾਰ ਕੋਲ ਇਹ ਆંકੜੇ ਜ਼ਰੂਰ ਹੋਣਗੇ ਕਿਉਂਕਿ 550 ਤੋਂ ਜ਼ਿਆਦਾ ਕਿਸਾਨ ਸ਼ਹੀਦ ਹੋਏ ਨੇ। ਦੇਖੋ ਇੱਕ ਇੱਕ ਖਬਰ, ਇੱਕ ਇੱਕ ਮਿੰਟ ਦੀ ਖਬਰ, ਇਹਨਾਂ ਦਾ ਇੱਥੇ ਖੁਫੀਆ ਤੰਤਰ ਲੱਗਾ ਹੋਇਆ ਆ। ਜਿਹੜਾ ਸ਼ਹੀਦ ਹੁੰਦਾ ਇੱਕ ਇੱਕ ਮਿੰਟ ਦੀ ਰਿਪੋਰਟ ਇਹਨਾਂ ਕੋਲ ਜਾਂਦੀ ਆ। ਸਾਰੇ ਸ਼ਹੀਦਾਂ ਨੂੰ ਅਸੀਂ ਸ਼ਰਧਾਂਜਲੀਆਂ ਦਿੱਤੀਆਂ, ਉਹਨਾਂ ਦੀ ਬਕਾਇਦਾ ਲਿਸਟ ਜਾਰੀ ਹੋਈ ਆ। ਸਰਕਾਰ ਨੂੰ ਕਿਤੇ ਪਤਾ ਨਹੀਂ? ਸਰਕਾਰ ਨੂੰ ਸਭ ਕੁਝ ਪਤਾ ਆ। ਸਰਕਾਰ ਸ਼ਹੀਦਾਂ ਨੂੰ ਦੇਣਾ ਕੁਝ ਨਹੀਂ ਚਾਹੁੰਦੀ। ਇਹਨਾਂ ਦੇ ਅੱਖਾਂ ਦੇ ਵਿੱਚ ਇੱਕ ਵੀ ਹੰਝੂ ਨਹੀਂ ਆਇਆ ਇਹਨਾਂ ਕਿਸਾਨਾਂ ਦੇ ਪ੍ਰਤੀ, ਕਿਉਂਕਿ ਇਹਨਾਂ ਪ੍ਰਤੀ ਸੰਜੀਦਾ ਹੀ ਨਹੀਂ ਹੈਗੇ। ਔਰ ਦੂਜੀ ਗੱਲ ਆਪਾਂ ਇਹ ਕਰਦੇ ਹਾਂ, ਜੇ ਸਰਕਾਰ ਜੇ ਚਾਹੁੰਦੀ, ਜਦ ਅੱਜ ਕਿਸਾਨ ਕਹਿ ਰਿਹਾ ਕਿ ਇਹ ਬਿੱਲ ਖਤਰਨਾਕ ਹੈ ਸਾਡੇ ਵਾਸਤੇ, ਪੂਰਾ ਦੇਸ਼ ਕਹਿ ਰਿਹਾ ਆ, ਜਿੰਨੇ ਬੁੱਧੀਜੀਵੀ ਉਹ ਕਹਿ ਰਹੇ ਆ, ਅੱਜ ਪੂਰਾ ਆਲ ਵਰਲਡ ਜਿਹੜਾ ਇਸ ਅੰਦੋਲਨ ਦੇ ਨਾਲ ਸਹਿਯੋਗ ਕਰ ਰਿਹਾ ਉਹ ਕਹਿ ਰਿਹਾ ਆ ਕਿ ਅਗਰ ਕਿਸਾਨ ਚਾਹੁੰਦੇ ਹੀ ਨਹੀਂ ਕਿ ਤੁਸੀਂ ਇਹਨਾਂ ਨੂੰ ਰੱਦ ਕਰਕੇ ਇਹਨਾਂ ਨੂੰ ਘਰੋਂ ਘਰੀ ਤੋੜ ਦਿਓ, ਤਾਂ ਫਿਰ ਐਡੀ ਅੜੀ ਵੀ ਕਾਹਦੀ ਹੈਗੀ ਆ ਕਿ ਉਹ ਆਪਣੀ ਮਨਮਰਜ਼ੀ ਕਰਨਗੇ। ਕਿੰਨਾ ਕੁ ਚਿਰ ਮਨਮਰਜ਼ੀ ਕਰ ਲੈਣਗੇ? 2024 ਤੱਕ ਕਰ ਲੈਣਗੇ ਨਾ, ਉਸ ਤੋਂ ਬਾਅਦ
ਉਸ ਤੋਂ ਬਾਅਦ ਤਾਂ ਇਹ ਇਹਨਾਂ ਦੀ ਰਜਿਸਟਰੀ ਤਾਂ ਨਹੀਂ ਕਰਵਾਈ ਹੋਈ ਹੈ ਜ਼ਮੀਨ, ਜਿਹੜੀ ਰਾਜਨੀਤਿਕ ਜ਼ਮੀਨ ਲੋਕ ਸਮਝ ਚੁੱਕੇ ਆ। ਸਿਰਫ ਪੰਜਾਬ ਤੇ ਹਰਿਆਣੇ ਦਾ ਸੰਘਰਸ਼ ਨਹੀਂ, ਅੱਜ ਪੂਰੇ ਦੇਸ਼ 'ਚ ਫੈਲ ਚੁੱਕਾ ਆ। ਸਾਰੀਆਂ ਸਟੇਟਾਂ ਦੇ ਲੋਕ ਇੱਥੇ ਸਾਡੇ ਧਰਨੇ ਦੇ ਵਿੱਚ ਆਏ ਆ ਔਰ ਇੱਥੇ ਚਰਚਾ ਕਰ ਰਹੇ ਆ। ਉਹ ਤਾਂ ਕਹਿੰਦੇ ਸਾਨੂੰ ਅੰਦੋਲਨ ਦਾ ਪਤਾ ਹੀ ਹੁਣ ਲੱਗਾ ਕਿ ਅੰਦੋਲਨ ਕਿਸ ਤਰ੍ਹਾਂ ਲੜੀਦਾ ਆ। ਜੇ ਸਾਨੂੰ ਪਹਿਲਾਂ ਪਤਾ ਹੁੰਦਾ ਅਸੀਂ ਬਿਹਾਰ ਦੇ ਵਿੱਚ ਵੀ ਇਹ ਕਾਨੂੰਨ ਲਾਗੂ ਨਹੀਂ ਸੀ ਹੋਣ ਦੇਣੇ। ਪਰ ਅੱਜ ਅਵੇਅਰ ਹੋ ਚੁੱਕੇ ਆ ਲੋਕ। ਇਹ ਅੰਦੋਲਨ ਸਾਨੂੰ ਜਿੱਤਣਾ ਬੜਾ ਜ਼ਰੂਰੀ ਆ। ਤੁਹਾਡੇ ਕਿਸਾਨ ਅੰਦੋਲਨ ਜਦੋਂ ਸ਼ੁਰੂ ਹੋਇਆ ਸੀ ਕਦੇ ਕਾਂਗਰਸ ਨੇ ਸਮਰਥਨ ਦਿੱਤਾ, ਅਕਾਲੀ ਦਲ ਨੇ ਸਮਰਥਨ ਦਿੱਤਾ, ਉਸ ਤੋਂ ਬਾਅਦ ਪੰਜਾਬ ਦੇ ਵਿੱਚ ਕਾਂਗਰਸ ਦਾ ਵਿਰੋਧ ਕਿਸਾਨ ਕਰ ਰਹੇ ਨੇ, ਅਕਾਲੀ ਦਲ ਦਾ ਵਿਰੋਧ ਕਰ ਰਹੇ ਨੇ। ਆਖਰ ਮੋਦੀ ਸਰਕਾਰ ਦੇ ਨਾਂ ਦਾ, ਬੀਜੇਪੀ ਦੇ ਵਿਰੋਧ ਦੇ ਨਾਲ ਦਾ ਕਾਂਗਰਸ ਤੇ ਅਕਾਲੀ ਦਲ ਦਾ ਵਿਰੋਧ ਕਿਉਂ? ਦੇਖੋ, ਮੈਂ ਜਿਹੜੀ ਗੱਲ ਹੁਣੇ ਤੁਹਾਨੂੰ ਦੱਸਦਾ, ਜਿਹੜਾ ਇਹਨਾਂ ਦੇ ਖਿਲਾਫ ਅਸੀਂ ਵਿਪ ਜਾਰੀ ਕੀਤਾ ਹੁਣ ਪਹਿਲੇ ਦਿਨ ਜਿਸ ਦਿਨ ਸੰਸਦ ਚੱਲਿਆ ਆ, ਕੁਛ ਖੇਤਰੀ ਪਾਰਟੀਆਂ ਜਿਹੜੀਆਂ ਆ ਪੰਜਾਬ ਲੈਵਲ ਤੱਕ ਹੀ ਉਹਨਾਂ ਨੇ ਵਿਰੋਧ ਕੀਤਾ ਹੈ। ਜਿਹੜੀਆਂ ਦੂਜੀਆਂ ਸਟੇਟਾਂ ਦੀਆਂ ਸੀਗੀਆਂ ਇਹਨਾਂ ਦੀਆਂ ਪਾਰਟੀਆਂ ਦੇ ਐਮਪੀਸ, ਉਹਨਾਂ ਨੇ ਵਿਰੋਧ ਨਹੀਂ ਕੀਤਾ। ਕਿਤੇ ਨਾ ਕਿਤੇ ਇਹਨਾਂ ਦੀ ਮਨਸ਼ਾ ਕੀ ਆ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਮੂਰਖ ਸਮਝਦੇ ਆ। ਜੇਕਰ ਘਾਣ ਕੀਤਾ ਕਿਸਾਨੀ ਦਾ ਤੇ ਇਹਨਾਂ ਰਾਜਨੀਤਿਕ ਲੋਕਾਂ ਨੇ ਕੀਤਾ ਆ। ਜਿਸ ਤਰ੍ਹਾਂ ਹੁਣ ਵਿਪ ਜਾਰੀ ਕੀਤਾ, ਜਿਸ ਤਰ੍ਹਾਂ ਹੁਣ ਬੋਲ ਰਹੇ ਆ, ਇਹ ਸਾਡੇ ਮਨ ਦੀ ਇਹ ਮਨਸ਼ਾ ਸੀ। ਉਸ ਵੇਲੇ ਬੋਲਦੇ ਤਾਂ ਸਾਨੂੰ ਦਰਦ ਆ, ਤਾਂ ਇਹਨਾਂ ਦੀ ਖਿਲਾਫੀਅਤ ਕਰ ਰਹੇ ਆ। ਪਰ ਅਸੀਂ ਇਸ ਤਰ੍ਹਾਂ ਦਾ ਨਹੀਂ ਇਹਨਾਂ ਦਾ ਕਹਿੰਦੇ ਵੀ ਇਹਨਾਂ ਦੇ ਵਿਰੋਧ, ਇਹਨਾਂ ਦੀ ਵਿਰੋਧਤਾ ਕਰੋ ਕਿ ਇਹਨਾਂ ਦੇ ਕੱਪੜੇ ਪਾੜੋ ਜਾਂ ਇਹਨਾਂ ਨੂੰ ਸਰੀਰਕ ਕੋਈ ਸੱਟ ਲੱਗੇ। ਅਸੀਂ ਕਹਿੰਦੇ ਇਹਨਾਂ ਨੂੰ ਸਿਰਫ ਕਾਲੇ ਝੰਡੇ ਦਿਖਾਓ, ਕਾਲੇ ਝੰਡੇ ਦਿਖਾ ਕੇ ਇਹਨਾਂ ਦਾ ਵਿਰੋਧ ਕਰੋ, ਹੋਰ ਇਹਨਾਂ ਦਾ ਸਰੀਰਕ ਵਿਰੋਧ ਨਾ ਕਰੋ। ਉਹ ਜਿਹੜਾ ਮੈਸੇਜ ਸਾਡੇ ਵਾਸਤੇ ਗਲਤ ਜਾਂਦਾ, ਕਿਉਂਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਹੋ ਜਿਹੀ ਕੋਈ ਕਾਲ ਨਹੀਂ ਹੈਗੀ ਕਿ ਇਹਨਾਂ ਦਾ ਅਸੀਂ ਸਰੀਰਕ ਜਿਹੜਾ ਵਿਰੋਧ ਕਰੀਏ ਜਾਂ ਇਹਨਾਂ ਦੀਆਂ ਗੱਡੀਆਂ ਭੰਨੀਏ। ਤੇ ਸੰਸਦ ਤੋਂ ਬਾਅਦ, ਕਿਸਾਨ ਸੰਸਦ ਤੋਂ ਬਾਅਦ ਜੇਕਰ ਸਰਕਾਰ ਹਾਲੇ ਵੀ ਤੁਹਾਡੀ ਆਵਾਜ਼ ਨਹੀਂ ਸੁਣਦੀ, ਅੱਗੇ ਰਣਨੀਤੀ ਕੀ ਹੈ ਫਿਰ? ਦੇਖੋ, ਰਣਨੀਤੀਆਂ ਅਸੀਂ ਸੰਯੁਕਤ ਕਿਸਾਨ ਮੋਰਚਾ ਸਾਡਾ ਬਣਾਉਂਦਾ ਹੀ ਆਇਆ, ਇੱਕ ਤੋਂ ਇੱਕ ਚੜ੍ਹ ਕੇ ਹੀ ਅਸੀਂ ਬਣਾਈਆਂ ਆ। ਸੰਸਦ ਦਾ ਜਦੋਂ ਪ੍ਰੋਗਰਾਮ ਖਤਮ ਹੋਊਗਾ, ਜੇਕਰ ਹਾਲੇ ਵੀ ਸਾਡੇ ਤੋਮਰ ਸਾਹਿਬ ਤਾਂ ਹਾਲੇ ਵੀ ਕਹਿੰਦੇ ਅਸੀਂ ਚਰਚਾ ਕਰਨ ਵਾਸਤੇ ਤਿਆਰ ਆ। ਹੁਣ ਤਾਂ ਉਹਨਾਂ ਦੇ ਅਸੀਂ ਕੋਲ ਆ ਗਏ ਆ, ਹੁਣੇ ਹੀ ਚਰਚਾ ਕਰ ਲੈਣਾ, ਹੁਣੇ ਹੀ ਡੇਟ ਦੇ ਦੇਣ ਸਾਨੂੰ, ਬੈਠ ਕੇ ਗੱਲ ਕਰ ਲੈਣਾ। ਅਸੀਂ ਕਹਿੰਦੇ ਮੀਡੀਆ ਵੀ ਅੰਦਰ ਸੱਦ ਲੈਣ। ਜੇ ਹੁਣ ਤੋਮਰ ਸਾਹਿਬ ਤੁਹਾਨੂੰ ਬੁਲਾਉਂਦੇ ਨੇ ਗੱਲਬਾਤ ਕਰਨ ਵਾਸਤੇ, ਸਵੇਰੇ ਉਹਨਾਂ ਦਾ ਬਿਆਨ ਆਇਆ, ਤਾਂ ਹੋ ਸਕਦਾ ਕਿ ਇਸੇ ਸੰਸਦ ਤੋਂ ਕਿਸਾਨ ਆਗੂ ਸਿੱਧਾ ਗੱਲਬਾਤ ਕਰਨ ਚਲੇ ਜਾਣਗੇ, ਸਿੰਘੂ ਬਾਰਡਰ ਨਹੀਂ ਜਾਣਗੇ, ਸਿੱਧਾ ਗੱਲਬਾਤ ਕਰਨਗੇ। ਦੇਖੋ, ਸ਼ਰਤ ਹਟਾਉਣ, ਪਹਿਲਾਂ ਜਿਹੜੀ ਸ਼ਰਤ ਲਾ ਰਹੇ ਨੇ ਉਹ ਹਟਾਉਣ, ਬਿਨਾਂ ਸ਼ਰਤ ਤੋਂ ਗੱਲਬਾਤ ਕਰਨ। ਉਹ ਕਹਿੰਦੇ ਕਾਨੂੰਨ ਰੱਦ ਨਹੀਂ ਕਰਨੇ, ਉੱਦਾਂ ਗੱਲ ਕਰ ਲਓ। ਉੱਦਾਂ ਕਾਹਦੀ ਗੱਲ ਕਰਨੀ ਹੈ? 11 ਵਾਰ ਦੀ ਚਰਚਾ ਹੋ ਹੀ ਚੁੱਕੀ ਹੈ ਨਾ, ਉਹਨਾਂ ਨੂੰ ਦੱਸ ਹੀ ਚੁੱਕੇ ਆ ਨਾ, ਉਹ ਮੰਨ ਚੁੱਕੇ ਆ ਨਾ ਅਸੀਂ ਅਮੈਂਡਮੈਂਟ ਕਰ ਦਿੰਦੇ, ਖਾਲੀ ਡੱਬਾ ਰਹਿਣ ਦਿਓ। ਸਭ ਕੁਝ ਤਾਂ ਮੰਨੇ ਹੋਏ ਆ, ਸ਼ਰਤ ਹਟਾ ਦੇਣ। ਫਿਰ ਅਸੀਂ ਆਪਣੇ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਬੁਲਾ ਕੇ ਅਸੀਂ ਇਹਨਾਂ ਨਾਲ ਚਰਚਾ ਕਰ ਲਾਂਗੇ। ਕੋਈ ਐਡੀ ਗੱਲ ਨਹੀਂ, ਚਰਚਾ ਤੋਂ ਕਦੀ ਨਹੀਂ ਭੱਜੇ। ਲੇਕਿਨ ਇੱਕ ਗੱਲ ਇਹ ਹੈ ਕਿ ਜਦੋਂ 11 ਗੇੜਿਆਂ ਦੀ ਗੱਲਬਾਤ ਹੋਈ ਸੀਗੀ, ਕਿਸਾਨਾਂ ਦੀ ਇੱਕੋ ਹੀ ਮੰਗ ਹੈ ਕਿ ਖੇਤੀਬਾੜੀ ਕਾਨੂੰਨ ਜਿਹੜੇ ਹੈਗੇ ਰੱਦ ਕੀਤੇ ਜਾਣ। ਸਰਕਾਰ ਕਹਿੰਦੀ ਹੈ ਇਸ ਨੂੰ ਇਹ ਸ਼ਰਤ ਕਿਸਾਨ ਨਾਲ ਲੈ ਕੇ ਆਉਣ। ਫਿਰ ਕਿਵੇਂ ਗੱਲਬਾਤ ਹੋਊਗੀ ਦੋਹਾਂ ਦੇ ਵਿਚਕਾਰ? ਦੇਖੋ, ਸ਼ਰਤ ਪਹਿਲਾਂ ਉਹ ਆਪਣੀ ਹਟਾ ਦੇਣਾ ਵੀ ਅਸੀਂ ਰੱਦ ਨਹੀਂ ਕਰਨੇ, ਬਿਨਾਂ ਸ਼ਰਤ ਤੋਂ ਸਾਡੇ ਨਾਲ ਬਹਿ ਜਾਣ। ਅਸੀਂ ਵੀ ਸ਼ਰਤ ਹਟਾ ਦਿੰਦੇ ਹਾਂ, ਟੇਬਲ ਟਾਕ ਤੇ ਅਸੀਂ ਬਹਿ ਜਾਂਦੇ ਹਾਂ, ਗੱਲਬਾਤ ਕਰਦੇ ਹਾਂ, ਚਰਚਾ ਕਰਦੇ ਹਾਂ, ਕੀ ਨਤੀਜਾ ਨਿਕਲਦਾ ਆਪਾਂ ਫਿਰ ਦੇਖ ਲਾਂਗੇ। ਯਾਨੀ ਕਿ ਵਿੱਚ ਦਾ ਰਸਤਾ ਨਿਕਲਦਾ ਹੋਇਆ ਨਜ਼ਰ ਆਊਗਾ ਜੇਕਰ ਤੁਸੀਂ ਵੀ ਕਹਿੰਦੇ ਹੋ ਕਿ ਨਹੀਂ ਰੱਦ ਨਹੀਂ ਕਰਨੇ ਕਾਨੂੰਨ। ਤਾਂ ਦੇਖੋ, ਉਹ ਵੀ ਆਪਣੀ ਸ਼ਰਤ ਹਟਾ ਦੇਣ, ਅਸੀਂ ਵੀ ਆਪਣੀ ਸ਼ਰਤ ਹਟਾ ਦਿੰਦੇ, ਬੈਠ ਕੇ ਚਰਚਾ ਕਰ ਲੈਣ ਸਾਡੇ ਨਾਲ। ਮੈਂ ਤਾਂ ਕਹਿੰਦਾ ਓਪਨਲੀ ਚਰਚਾ ਕਰ ਲੈਣ, ਪੂਰਾ ਦੇਸ਼ ਦੇਖੇ ਚਰਚਾ ਹੁੰਦੀ ਆ ਵੀ ਕੌਣ ਗਲਤ ਆ ਕੌਣ ਸਹੀ ਆ। ਨਤੀਜਾ ਜਿਹੜਾ ਆ, ਇਹਦਾ ਜਿਹੜਾ ਫੈਸਲਾ ਆ ਉਹ ਲੋਕ ਕਰਨ, ਪੂਰਾ ਦੇਸ਼ ਕਰੇ ਫੈਸਲਾ ਵੀ ਆਹ ਗਲਤ ਆ, ਆਹ ਸਹੀ ਆ। ਜੇਕਰ ਅਸੀਂ ਗਲਤ ਹੋਵਾਂਗੇ, ਅਸੀਂ ਅੰਦੋਲਨ ਛੱਡ ਕੇ ਆਪਣੇ ਘਰਾਂ ਨੂੰ ਚੱਲ ਜਾਵਾਂਗੇ। ਜੇ ਅਸੀਂ ਉੱਥੇ ਇਹਨਾਂ ਨੂੰ ਕਾਲੇ ਕਾਨੂੰਨ ਨਾ ਸਾਬਤ ਕੀਤੇ, ਤਾਂ ਜੇਕਰ ਉਹਨਾਂ ਨੇ ਇਹ ਸਾਬਤ ਨਾ ਕੀਤਾ ਤਾਂ ਫਿਰ ਉਹ ਆਪਣਾ ਅਸਤੀਫਾ ਦੇ ਦੇਣ। ਤਾਂ ਇਹ ਸਰ ਮੇਰੇ ਨਾਲ ਕਿਸਾਨ ਆਗੂ ਜਗਮੇਲ ਜੀ, ਜਿਨ੍ਹਾਂ ਨੇ ਸਾਫ਼ ਤੌਰ ਦੇ ਵਿੱਚ ਇੱਕ ਚੈਲੰਜ ਮੋਦੀ ਸਰਕਾਰ ਨੂੰ ਸਾਫ਼ ਤੌਰ ਤੇ ਦੇ ਦਿੱਤਾ ਹੈ ਕਿ ਆਪਣੀ ਉਹ ਸ਼ਰਤ ਹਟਾ ਦੇਣ। ਜੇਕਰ ਉਹ ਆਪਣੀ ਸ਼ਰਤ ਹਟਾ ਦਿੰਦੇ ਨੇ ਤਾਂ ਫਿਰ ਇਹ ਵੀ ਆਪਣੀ ਸ਼ਰਤ ਹਟਾ ਦਿੰਦੇ ਨੇ। ਲੇਕਿਨ ਚਰਚਾ ਹੋਣੀ ਚਾਹੀਦੀ ਹੈ, ਚਰਚਾ ਲੋਕ ਪੱਖੀ ਹੋਣੀ ਚਾਹੀਦੀ ਹੈ, ਜਨਪੱਖੀ ਚਰਚਾ ਹੋਣੀ ਚਾਹੀਦੀ ਹੈ। ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਆਖਰ ਸਰਕਾਰ ਅਸਲ ਦੇ ਵਿੱਚ ਕਾਨੂੰਨ ਕੀ ਕਿਸਾਨਾਂ ਦੇ ਬਿਹਤਰੀ ਦੇ ਵਾਸਤੇ ਲੈ ਕੇ ਆਈ ਹੈ। ਕਿਸਾਨ ਦੱਸਣਗੇ ਕਿ ਆਖਰ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਕਾਨੂੰਨ ਹੈ ਉਹ ਕਾਲਾ ਕਾਨੂੰਨ ਆ। ਅਜੇ ਦੇ ਵਿੱਚ ਵੇਖਣਾ ਇਹ ਹੋਵੇਗਾ ਕਿ ਲਗਾਤਾਰ ਸਰਕਾਰ ਦੇ ਵੱਲੋਂ ਜਿਹੜੀ ਇਹ ਗੱਲਬਾਤ ਕਹੀ ਜਾਂਦੀ ਹੈ ਕਿ ਉਹ ਗੱਲਬਾਤ ਦੇ ਵਾਸਤੇ ਰਾਜੀ ਨੇ, ਤਾਂ ਹੁਣ ਵੇਖਣਾ ਇਹ ਹੋਵੇਗਾ ਕਿ ਆਖਰ ਟੇਬਲ ਟਾਕ ਹੁਣ ਦੁਬਾਰਾ ਤੋਂ ਕਦੋਂ ਹੁੰਦੀ ਹੈ। ਕੈਮਰਾਮੈਨ ਭਾਨੂ ਪ੍ਰਤਾਪ ਦੇ ਨਾਲ ਪ੍ਰਕਾਸ਼ ਫੁਲਾਰਾ, ਸਕਾਈ ਨਿਊਜ਼ ਪੰਜਾਬ, ਦਿੱਲੀ।